जी का खालसा वाहिगुरू जी की फतेह। मेरा नाम है रवनीत कौर ਤੇ ਮੈਂ ਕਰਨੀ ਹਾਂ ਗੱਲਾਂ ਬਾਤਾਂ ਟੈਕਨੋਲੋਜੀ ਦੇ ਬਾਰੇ। ਤੇ ਅੱਜ ਮੈਂ ਤੁਹਾਡੇ ਨਾਲ ਗੱਲ ਕਰਨਾ ਚਾਹੁੰਦੀ ਹਾਂ ਕਿ ਬਿਟਕੋਇਨ ਨੂੰ ਕਿਵੇਂ ਖਰੀਦੀਦਾ ਹੈ, ਸਪੈਸ਼ਲੀ ਜੇ ਤੁਸੀਂ ਇੰਡੀਆ ਵਿੱਚ ਹੈਗੇ ਹੋ ਤੇ ਜਦੋਂ ਤੁਸੀਂ ਬਿਟਕੋਇਨ ਨੂੰ ਖਰੀਦ ਲਿਆ ਹੈ ਫਿਰ ਉਹਨੂੰ ਮੈਨੇਜ ਕਿਵੇਂ ਕਰੀਦਾ ਹੈ। ਤੇ ਆਬਵੀਅਸਲੀ ਤੁਸੀਂ ਬਿਟਕੋਇਨ ਨੂੰ ਕਿਤੇ ਨਾ ਕਿਤੇ ਤੇ ਰੱਖਣਾ ਹੀ ਹੈ। ਸੋ ਤਿੰਨ ਤਰੀਕੇ ਮੈਂ ਤੁਹਾਡੇ ਨਾਲ ਗੱਲ ਡਿਸਕਸ ਕਰਾਂਗੀ ਜਿਹੜੇ ਸਭ ਤੋਂ ਪਪੂਲਰ ਨੇ। ਸੋ ਲੈਟਸ ਗੈਟ ਸਟਾਰਟਡ। ਨਾਓ ਗਾਇਜ਼, ਮੈਂ ਇੱਕ ਗੱਲ ਤੁਹਾਨੂੰ ਕਹਿਣਾ ਚਾਹੁੰਦੀ ਹਾਂ ਕਿ ਜੇ ਤੁਸੀਂ ਕੋਈ ਵੀ ਇਨਵੈਸਟਮੈਂਟ ਦੇ ਵਿੱਚ ਜਾ ਰਹੇ ਹੋ, ਇਹ ਹਰ ਕੋਈ ਕੋਈ ਵੀ ਜੋ ਵੀ ਬਹੁਤ ਮੰਨਿਆ ਗਿਆ ਇਨਵੈਸਟਰ ਹੈ, ਹਰ ਕੋਈ ਇਹ ਗੱਲ ਕਹਿੰਦਾ ਹੈ ਕਿ ਤੁਸੀਂ ਉਹੀ ਪੈਸੇ ਦੇ ਨਾਲ ਇਨਵੈਸਟ ਕਰੋ ਜਿਹੜਾ ਪੈਸਾ ਤੁਸੀਂ ਅਫੋਰਡ ਕਰ ਸਕਦੇ ਹੋ ਟੂ ਲੂਜ਼। ਕਿ ਰੱਬ ਨਾ ਕਰੇ ਕੁਝ ਹੋ ਜਾਏ ਤੇ ਉਹ ਪੈਸਾ ਕਿਤੇ ਚਲਾ ਜਾਏ, ਕੁਝ ਕ੍ਰੈਸ਼ ਹੋ ਜਾਏ, ਚੋਰੀ ਹੋ ਜਾਏ ਤੇ ਤੁਹਾਡੀ ਉਹਦੇ ਨਾਲ ਜਿਹੜੀ ਲਾਈਫ ਦੀ ਬੁਨਿਆਦ ਹੈ ਉਹ ਨਾ ਇਨਬੈਲੈਂਸ ਹੋ ਜਾਏ, ਰਾਈਟ। ਸੋ ਉਹੀ ਪੈਸਾ ਤੁਸੀਂ ਇਨ ਬਿਟਕੋਇਨ ਦੇ ਵਿੱਚ ਲਾਓ ਜਿਹੜਾ ਤੁਸੀਂ ਐਕਸਪੈਰੀਮੈਂਟ ਜਿਹੜੇ ਪੈਸੇ ਨਾਲ ਕਰ ਸਕਦੇ ਹੋ। ਤੇ ਦੈਟਸ ਜਸਟ ਵਨ ਥਿੰਗ ਮੈਂ ਚਾਹੁੰਦੀ ਹਾਂ ਕਿ ਤੁਸੀਂ ਹਮੇਸ਼ਾ ਆਪਣੇ ਦਿਮਾਗ ਦੇ ਵਿੱਚ ਰੱਖੋ। ਸੋ ਗਾਇਜ਼, ਸਭ ਤੋਂ ਪਹਿਲਾ ਤੇ ਜਿਹੜਾ ਸਭ ਤੋਂ ਪਪੂਲਰ ਤਰੀਕਾ ਹੈਗਾ ਬਿਟਕੋਇਨ ਨੂੰ ਖਰੀਦਣ ਦਾ, ਉਹ ਹੈਗਾ ਹੈ ਥਰੂ ਐਨ ਐਕਸਚੇਂਜ। ਠੀਕ ਹੈ, ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਜਿਵੇਂ ਫੋਰੈਕਸ ਤੇ ਸਟਾਕ ਦੇ ਐਕਸਚੇਂਜਸ ਹੁੰਦੇ ਨੇ, ਸਟਾਕ ਮਾਰਕੀਟਸ ਦੇ, ਇੱਦਾਂ ਹੀ ਕ੍ਰਿਪਟੋ ਦੇ ਵੀ ਐਕਸਚੇਂਜਸ ਨੇ। ਤੇ ਜੇ ਇਹ ਐਕਸਚੇਂਜ ਬੜਾ ਰੈਪਿਊਟੇਬਲ ਹੈਗਾ, ਜੇ ਇਹਦੀ ਰੈਪੂਟੇਸ਼ਨ ਮਾਰਕੀਟ ਦੇ ਵਿੱਚ ਆਲਰੇਡੀ ਐਸਟੈਬਲਿਸ਼ਡ ਹੈਗੀ ਹੈ, ਜਾਣਾ ਮਾਨਿਆ ਹੈ, ਬੜੇ ਸਾਲਾਂ ਤੋਂ ਆਪਰੇਟ ਹੋ ਰਿਹਾ ਹੈ, ਤੇ ਜਿਹੜਾ ਇਹ ਤਰੀਕਾ ਹੈ ਕਿ ਉਹ ਐਕਸਚੇਂਜ ਨੂੰ ਯੂਜ਼ ਕਰਨਾ ਬਿਟਕੋਇਨ ਖਰੀਦਣ ਲਈ, ਇਹ ਸਭ ਤੋਂ ਫਾਸਟ ਤੇ ਸਭ ਤੋਂ ਤਰੀਕਾ ਰਾਸਤਾ ਹੈਗਾ ਹੈ। ਤੇ ਜਦੋਂ ਅਸੀਂ ਐਕਸਚੇਂਜਸ ਦੇ ਬਾਰੇ ਗੱਲ ਕਰਦੇ ਨੇ, ਇਹਦੇ ਵਿੱਚ ਵੀ ਕੁਝ ਤਰ੍ਹਾਂ ਦੇ ਐਕਸਚੇਂਜਸ ਹੁੰਦੇ ਨੇ। ਠੀਕ ਹੈ, ਹੁਣ ਤੁਹਾਡੇ ਕੋਲ ਕ੍ਰਿਪਟੋ ਵਿੱਚ ਵੀ, ਬਿਟਕੋਇਨ ਵਿੱਚ ਵੀ ਤੁਹਾਡੇ ਕੋਲ ਹੁਣ ਕੁਝ ਐਕਸਚੇਂਜਸ ਹੋਣਗੇ ਜਿਹੜੇ ਸਿਰਫ ਤੁਹਾਨੂੰ ਬਿਟਕੋਇਨ ਤੇ ਕ੍ਰਿਪਟੋ ਦੀ ਹੀ ਕਰੰਸੀਜ਼ ਆਫਰ ਕਰਦੇ ਨੇ। ਇਹਦਾ ਮਤਲਬ ਹੈ ਕਿ ਜੇ ਤੁਸੀਂ ਉਹਦੇ ਵਿੱਚ ਪੈਸੇ ਪਾਣਾ ਚਾਹੁੰਦੇ ਹੋ, ਐਕਸਚੇਂਜ ਦੇ ਵਿੱਚ ਡਿਪੋਜ਼ਿਟ ਕਰਨਾ ਚਾਹੁੰਦੇ ਹੋ ਤਾਂ ਕਿ ਤੁਸੀਂ ਬਿਟਕੋਇਨ ਖਰੀਦੋ, ਔਰ ਤੁਸੀਂ INR ਜਾਂ USD ਨਾਰਮਲ ਕਰੰਸੀਜ਼ ਦੇ ਵਿੱਚ ਨਹੀਂ ਕਰ ਪਾਓਗੇ, ਔਰ ਸਿਰਫ ਕ੍ਰਿਪਟੋ ਟੂ ਕ੍ਰਿਪਟੋ ਹੀ ਐਕਸਚੇਂਜਸ ਹੁੰਦੇ ਨੇ, ਕ੍ਰਿਪਟੋ ਟੂ ਕ੍ਰਿਪਟੋ। ਤੇ ਦੂਜੀ ਤਰ੍ਹਾਂ ਦੇ ਐਕਸਚੇਂਜਸ ਹੁੰਦੇ ਨੇ ਜਿਹੜੇ ਤੁਹਾਨੂੰ ਕ੍ਰਿਪਟੋ ਤੇ ਨਾਲ ਨਾਰਮਲ ਕਰੰਸੀ ਦੇ ਵੀ ਆਪਸ਼ਨਸ ਦਿੰਦੇ ਨੇ, ਤਾਂ ਕਿ ਫਿਰ ਤੁਸੀਂ ਉਹਦੇ ਵਿੱਚ ਹੀ ਤੁਸੀਂ ਨਾਰਮਲ ਕਰੰਸੀ ਵਿੱਚ ਵੀ ਟ੍ਰੇਡ ਕਰ ਸਕਦੇ ਹੋ, ਜਿਵੇਂ USD ਟੂ ਬਿਟਕੋਇਨ ਤੁਸੀਂ ਕਰ ਸਕਦੇ ਹੋ ਐਕਸਚੇਂਜ ਦੇ ਵਿੱਚ, ਜਾਂ ਬਿਟਕੋਇਨ ਟੂ USD ਐਜ਼ ਵੈਲ। ਤੇ ਉਹ ਤੁਹਾਨੂੰ ਨਾਰਮਲ ਕਰੰਸੀਜ਼ ਤੇ ਕ੍ਰਿਪਟੋ ਦੇ ਵੀ ਤੁਹਾਨੂੰ ਆਪਸ਼ਨ ਦਿੰਦੀ ਹੈ। ਨਾਓ ਦੂਜੀ ਜਿਹੜੇ ਪ੍ਰਕਾਰ ਦੇ ਐਕਸਚੇਂਜਸ ਹੁੰਦੇ ਨੇ, ਇਹਦਾ ਤੁਹਾਨੂੰ ਇੰਨਾ ਜਾਣਨ ਦੀ ਲੋੜ ਨਹੀਂ ਕਿਉਂਕਿ ਇਹ ਥੋੜਾ ਟੈਕਨੀਕਲ ਹੈ, ਪਰ ਫਿਰ ਵੀ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਤਾਂ ਕਿ ਤੁਹਾਨੂੰ ਪਤਾ ਹੋਏ। ਸੈਂਟਰਲਾਈਜ਼ਡ ਵਰਸਸ ਡੀਸੈਂਟਰਲਾਈਜ਼ਡ ਐਕਸਚੇਂਜਸ। ਹੁਣ ਮੈਂ ਤੁਹਾਨੂੰ ਜਿਵੇਂ ਦੱਸਿਆ ਸੀ ਕਿ ਜਿਹੜਾ ਤੁਹਾਡਾ ਪੈਸਾ ਹੈ ਉਹ ਸੈਂਟਰਲਾਈਜ਼ਡ ਹੈ, ਬਿਕੋਜ਼ ਉਹਨੂੰ ਇੱਕ ਹਕੂਮਤ ਮੈਨੇਜ ਕਰਦੀ ਹੈ, ਜਿਵੇਂ ਮੰਨ ਲਓ ਗਵਰਨਮੈਂਟ ਹੋ ਗਈ ਜਾਂ ਬੈਂਕ ਹੋ ਗਿਆ, ਉਹ ਪੈਸੇ ਨੂੰ ਮੈਨੇਜ ਕਰਦੇ ਨੇ। ਠੀਕ ਹੈ, ਤੇ ਬਿਟਕੋਇਨ ਜਿਹੜਾ ਹੈ ਉਹ ਡੀਸੈਂਟਰਲਾਈਜ਼ਡ ਹੈ, ਉਹ ਫੈਲਿਆ ਹੋਇਆ ਹੈ ਪੂਰੀ ਦੁਨੀਆ ਦੇ ਵਿੱਚ, ਹਜ਼ਾਰਾਂ ਲੱਖਾਂ ਕੰਪਿਊਟਰ ਦੇ ਉੱਤੇ ਹੈਗਾ ਉਹਦਾ ਜਿਹੜਾ ਸਿਸਟਮ ਹੈ। ਠੀਕ ਹੈ, ਇੱਦਾਂ ਹੀ ਜਿਹੜੇ ਐਕਸਚੇਂਜਸ ਹੁੰਦੇ ਨੇ ਇਹ ਵੀ ਸੈਂਟਰਲਾਈਜ਼ਡ ਤੇ ਡੀਸੈਂਟਰਲਾਈਜ਼ਡ ਹੁੰਦੇ ਨੇ। ਤੇ ਇਹਦਾ ਮਤਲਬ ਇਹ ਹੋਇਆ ਕਿ ਜਿਵੇਂ ਜੇ ਐਕਸਚੇਂਜ ਸੈਂਟਰਲਾਈਜ਼ਡ ਹੈਗੀ ਹੈ ਤੇ ਉਹਦੇ ਜਿਹੜੇ ਕੰਪਨੀ ਓਨਰਸ ਨੇ, ਉਹ ਜਿਹੜੇ ਇਨਵੈਸਟਰਸ ਨੇ, ਸਟੇਕ ਹੋਲਡਰਸ ਨੇ, ਉਹਨਾਂ ਦੇ ਕੋਲ ਸਾਰੀ ਪਾਵਰ ਹੈ। ਪਰ ਜੇ ਤੁਹਾਡੇ ਕੋਲ ਜੇ ਡੀਸੈਂਟਰਲਾਈਜ਼ਡ ਐਕਸਚੇਂਜ ਹੈ, ਜਿਵੇਂ ਬੜੇ P2P ਐਕਸਚੇਂਜਸ ਹੁਣ ਹੈਗੇ ਨੇ, ਪੀਅਰ ਟੂ ਪੀਅਰ ਐਕਸਚੇਂਜ, ਉਹਦੇ ਵਿੱਚ ਤੁਸੀਂ ਬਾਇਰ ਤੇ ਸੈਲਰਸ ਇੱਕ ਦੂਜੇ ਨੂੰ ਮਿਲ ਸਕਦੇ ਨੇ, ਤੇ ਜਿਹੜੀ ਉਹਦੀ ਪਾਵਰ ਹੁੰਦੀ ਹੈ ਐਕਸਚੇਂਜ ਦੀ, ਉਹ ਡੀਸੈਂਟਰਲਾਈਜ਼ਡ ਹੁੰਦੀ ਹੈ, ਤੇ ਉਹ ਥੋੜੇ ਵੱਖਰੇ ਤਰੀਕੇ ਦੇ ਨਾਲ ਕੰਮ ਕਰਦੀ ਹੈ। ਤੇ ਇਹ ਹੋ ਗਏ ਤੁਹਾਡੇ ਸੈਂਟਰਲਾਈਜ਼ਡ ਤੇ ਡੀਸੈਂਟਰਲਾਈਜ਼ਡ ਐਕਸਚੇਂਜਸ। ਹੁਣ ਗਾਇਜ਼, ਜਿਹੜੇ ਦੁਨੀਆ ਦੇ ਸਭ ਤੋਂ ਪਪੂਲਰ ਐਕਸਚੇਂਜਸ ਨੇ ਤੇ ਜਿਹੜੇ ਸਭ ਤੋਂ ਜ਼ਿਆਦਾ ਯੂਜ਼ ਹੁੰਦੇ ਨੇ, ਮੋਸਟ ਆਫ them ਸੈਂਟਰਲਾਈਜ਼ਡ ਨੇ। ਠੀਕ ਹੈ, ਤੇ ਇਹ ਵੀ ਇੱਕ ਬਹੁਤ ਵੱਡੀ ਗੱਲ ਉੱਠੀ ਹੈ ਬੜੇ ਟਾਈਮ ਤੋਂ ਕਿ ਤੁਸੀਂ ਡੀਸੈਂਟਰਲਾਈਜ਼ਡ ਦੁਨੀਆ ਬਣਾਉਣਾ ਚਾਹੁੰਦੇ ਹੋ, ਕਰੰਸੀ ਤੁਸੀਂ ਇੰਟਰੋਡਿਊਸ ਕਰਨਾ ਚਾਹੁੰਦੇ ਹੋ, ਇਕੋਨਮੀ ਜਿਹੜੀ ਡੀਸੈਂਟਰਲਾਈਜ਼ਡ ਹੈ, ਫਿਰ ਐਕਸਚੇਂਜਸ ਜਿਹੜੇ ਨੇ ਉਹ ਸੈਂਟਰਲਾਈਜ਼ਡ ਕਿਉਂ ਨੇ? ਇਹ ਬਹੁਤ ਵੱਡੀ ਬੜੇ ਟਾਈਮ ਤੋਂ ਕੰਟਰੋਵਰਸ਼ੀਅਲ ਟੌਪਿਕ ਹੈਗਾ। ਸੋ ਇਹ ਹੈਗੇ ਨੇ ਇਹਦੇ ਦੋ ਡਿਫਰੈਂਟ ਤਰ੍ਹਾਂ ਦੇ ਕ੍ਰਿਪਟੋ ਦੇ ਵਿੱਚ ਹੀ ਐਕਸਚੇਂਜਸ। ਹੁਣ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਦੁਨੀਆ ਦੇ ਟੌਪ 3 ਐਕਸਚੇਂਜਸ ਦੇ ਬਾਰੇ ਜਿਹੜੇ ਸਭ ਤੋਂ ਪਪੂਲਰ ਨੇ
ਤੇ ਉਹ ਪਪੂਲਰ ਇਸ ਕਰਕੇ ਨਹੀਂ ਬਿਕੋਜ਼ ਸਭ ਤੋਂ ਜ਼ਿਆਦਾ ਜਿਹੜੀ ਟ੍ਰੇਡਿੰਗ ਵੋਲਿਊਮਸ ਨੇ ਉਹ ਉਹਨਾਂ ਦੇ ਐਕਸਚੇਂਜ ਤੇ ਹੁੰਦੀਆਂ ਨੇ। ਸੋ ਦ ਬਿਗੇਸਟ ਵਨ ਇਜ਼ ਬਾਈਨੈਂਸ, ਜਿਹੜਾ 2017 ਦੇ ਵਿੱਚ ਸ਼ੁਰੂ ਹੋਇਆ ਹੈ। ਇਹ ਬੇਸਡ ਆਊਟ ਆਫ ਮਾਲਟਾ ਹੈ ਪਰ ਐਕਚੁਅਲੀ ਚਾਈਨੀਜ਼ ਕੰਪਨੀ ਹੈਗੀ ਹੈ। ਤੇ ਜਿਹੜੀ ਬਾਈਨੈਂਸ ਕੰਪਨੀ ਹੈ ਇਹ ਵੀ ਐਕਸਚੇਂਜ ਇੱਕ ਇੰਡੀਆ ਵਿੱਚ ਹੈਗਾ WazirX, ਉਹਦੇ ਮੈਜੋਰਿਟੀ ਆਫ ਦ ਸ਼ੇਅਰਸ ਇਹ ਕੰਪਨੀ ਓਨ ਕਰਦੀ ਹੈ। ਸੋ ਇਟਸ ਬੈਕਡ ਅਪ ਬਾਈ ਬਾਈਨੈਂਸ ਤੇ ਇਹ ਸਭ ਤੋਂ ਵੱਡਾ ਐਕਸਚੇਂਜ ਹੋਇਆ। ਸੈਕੰਡ ਇਜ਼ ਕੋਇਨਬੇਸ, ਜਿਹੜਾ 2014 ਦੇ ਵਿੱਚ ਸ਼ੁਰੂ ਹੋਇਆ। ਉਹਦੇ ਟ੍ਰਾਂਸਫਰ ਫੀਸ ਕਹਿੰਦੇ ਨੇ ਮਹਿੰਗੇ ਨੇ ਬਹੁਤ। ਤੇ ਥਰਡ ਹੈ ਹੁਓਬੀ, ਜਿਹੜਾ ਚਾਈਨਾ ਦਾ ਸਭ ਤੋਂ ਵੱਡਾ ਐਕਸਚੇਂਜ ਹੈ ਤੇ ਦੁਨੀਆ ਦਾ ਥਰਡ ਸਭ ਤੋਂ ਵੱਡਾ ਐਕਸਚੇਂਜ ਹੈਗਾ। ਤੇ ਹੋਰ ਵੀ ਬਹੁਤ ਸਾਰੇ ਐਕਸਚੇਂਜਸ ਨੇ ਤੁਸੀਂ ਜਿਹੜੇ ਯੂਜ਼ ਕਰ ਸਕਦੇ ਹੋ। ਮੈਂ ਪਰਸਨਲੀ ਆਪ ਬਿਟਰੈਕਸ ਬਹੁਤ ਯੂਜ਼ ਕੀਤਾ ਹੈ। ਬਿਟਰੈਕਸ US based ਹੈਗਾ, Seattle I think from Washington। ਤੇ you can also use like Kraken, Bithumb, Bitfinex, Bitflyer, Bitbank। ਤੇ ਤੁਸੀਂ ਇਹ ਚੈੱਕ ਵੀ ਕਰ ਸਕਦੇ ਹੋ ਕਿ ਇਹ ਐਕਸਚੇਂਜ ਜਿਹੜਾ ਹੈ ਵੈਰੀਫਾਈਡ ਹੈਗਾ ਜਾਂ ਨਹੀਂ। ਬਹੁਤ ਸਾਰੀ ਵੈਬਸਾਈਟਸ ਹੁੰਦੀਆਂ ਨੇ, ਮੈਂ ਕੋਇਨ ਮਾਰਕੀਟ ਕੈਪ ਦੀ ਵੈਬਸਾਈਟ ਥੱਲੇ ਪਾ ਦਾਂਗੀ ਤੇ ਤੁਸੀਂ ਉੱਥੇ ਚੈੱਕ ਕਰ ਸਕਦੇ ਹੋ। ਤੇ ਹੁਣ ਮੈਂ ਤੁਹਾਡੇ ਨਾਲ ਗੱਲ ਕਰਨਾ ਚਾਹੁੰਦੀ ਹਾਂ ਕਿ ਲੋਕਲ ਐਕਸਚੇਂਜਸ ਕਿਹੜੇ ਨੇ, ਬਿਕੋਜ਼ ਤੁਹਾਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਜਿਹੜੇ ਮੈਂ ਤੁਹਾਨੂੰ ਹੁਣੇ ਐਕਸਚੇਂਜਸ ਦੱਸੇ ਨੇ ਜਿਹੜੇ ਗਲੋਬਲ ਨੇ, ਇਹਨਾਂ ਦੇ ਵਿੱਚ ਤੁਸੀਂ ਸ਼ਾਇਦ ਪੈਸਾ ਡਿਪੋਜ਼ਿਟ ਨਾ ਕਰ ਪਾਓ ਕਿਉਂਕਿ ਸ਼ਾਇਦ ਇਹਨਾਂ ਦੇ ਕੋਲ ਕੋਈ ਲੋਕਲ ਪਾਰਟਨਰਸ ਨਾ ਹੋਣ, ਪੇਮੈਂਟ ਪਾਰਟਨਰਸ, ਜਿਹੜਾ ਤੁਹਾਡਾ INR ਯੂਜ਼ ਕਰਕੇ ਬਿਟਕੋਇਨ ਤੁਸੀਂ ਉਹਦੇ ਵਿੱਚੋਂ ਖਰੀਦ ਸਕਦੇ ਹੋ, ਡਿਪੋਜ਼ਿਟਸ ਕਰ ਸਕਦੇ ਹੋ। ਬਟ ਤੁਹਾਨੂੰ ਸ਼ਾਇਦ ਚੈੱਕ ਕਰਨਾ ਪਏ ਕਿ ਉਹ ਤੁਹਾਨੂੰ ਤੁਹਾਡੇ ਲੋਕਲ ਕ੍ਰੈਡਿਟ ਕਾਰਡ ਨੂੰ ਜਿਵੇਂ ਯੂਜ਼ ਕਰਕੇ ਕਿ ਤੁਸੀਂ ਉਹ ਐਕਸਚੇਂਜ ਤੇ ਬਿਟਕੋਇਨ ਲੈ ਸਕਦੇ ਹੋ ਜਾਂ ਨਹੀਂ। ਪਰ ਲੋਕਲ ਵੀ ਬਹੁਤ ਸਾਰੇ ਐਕਸਚੇਂਜਸ ਹੈਗੇ ਨੇ ਇੰਡੀਆ ਵਿੱਚ। ਸੋ ਜਿਹੜਾ ਸਭ ਤੋਂ ਜ਼ਿਆਦਾ ਯੂਜ਼ ਹੁੰਦਾ ਹੈ ਮੇਰੇ ਰਿਸਰਚ ਕਰਨ 'ਚ ਜਿਹੜਾ ਆਇਆ ਉਹ ਹੈ WazirX, ਜਿਹੜਾ ਮੈਂ ਤੁਹਾਨੂੰ ਦੱਸਿਆ ਸੀ, which is backed by Binance। ਤੇ ਦੂਜੀ ਜਿਹੜੀ ਕੰਪਨੀ ਹੈ is Unocoin। Unocoin ਜਿਹੜੀ ਹੈ ਉਹ ਇੰਡੀਆ ਦੀ ਸਭ ਤੋਂ ਪਹਿਲੀ ਕ੍ਰਿਪਟੋ ਦੀ ਐਕਸਚੇਂਜ ਸੀਗੀ ਤੇ ਫਿਰ ਬੰਦ ਹੋ ਗਈ ਬਿਕੋਜ਼ ਜਦੋਂ RBI ਦਾ ਬੈਨ ਆਇਆ ਤੇ ਉਹਦੇ ਬਾਅਦ ਜਦੋਂ ਸੁਪਰੀਮ ਕੋਰਟ ਦਾ ਰਿਜ਼ਲਟ ਆਇਆ ਜਨਵਰੀ ਵਿੱਚ ਇਸ ਸਾਲ, ਉਹਨਾਂ ਨੇ ਜਦੋਂ ਬੈਨ ਲਿਫਟ ਕਰਤਾ RBI ਦਾ, ਤੇ Unocoin ਨੇ ਫਿਰ ਤੋਂ ਲਾਂਚ ਕੀਤਾ। ਤੇ ਤੀਜੀ ਹੈ ZebPay ਨੇ ਵੀ ਆਈ ਥਿੰਕ ਉਹਨਾਂ ਨੂੰ ਵੀ ਬੰਦ ਹੋਣਾ ਪਿਆ ਮੈਨੂੰ ਲੱਗਦਾ ਹੈ RBI ਦੇ ਆਰਡਰ ਕਾਰਨ, ਤੇ ਉਹਨਾਂ ਨੇ ਵੀ ਰੀਸੈਂਟਲੀ ਲਾਂਚ ਕੀਤਾ ਹੈ। ਤੇ ਇਹ ਤਿੰਨ ਜਿਹੜੇ ਨੇ ਬਹੁਤ ਪਪੂਲਰ ਐਕਸਚੇਂਜਸ ਨੇ ਇੰਡੀਆ ਦੇ ਵਿੱਚ। ਇਹਦਾ ਮਤਲਬ ਇਹ ਹੈ ਕਿ ਤੁਸੀਂ ਆਪਣਾ ਨਾਰਮਲ ਬੈਂਕ ਟ੍ਰਾਂਸਫਰ ਜਾਂ ਜੋ ਵੀ ਤੁਹਾਡੀ ਲੋਕਲ ਕਰੰਸੀ ਜਾਂ ਜਿਵੇਂ ਤੁਸੀਂ ਪੇਮੈਂਟ ਇੰਡੀਆ ਦੇ ਵਿੱਚ ਚੱਲਦਾ ਹੈ ਉਹ ਤੁਸੀਂ ਕਰਕੇ ਇਹ ਐਕਸਚੇਂਜਸ ਦੇ ਨਾਲ ਤੁਸੀਂ ਬਿਟਕੋਇਨ ਖਰੀਦ ਸਕਦੇ ਹੋ। ਬੇਸਿਕਲੀ ਜੇ ਤੁਸੀਂ ਆਨਲਾਈਨ ਤੁਹਾਡਾ ਪੈਸਾ ਹੈਗਾ ਹੈ ਬੈਂਕ ਅਕਾਊਂਟਸ ਦੇ ਵਿੱਚ, ਦੈਨ ਭਾਵੇਂ ਤੁਸੀਂ ਬੈਂਕ ਟ੍ਰਾਂਸਫਰ ਕਰੋ ਜਾਂ ਕ੍ਰੈਡਿਟ ਕਾਰਡ ਨਾਲ ਪੇ ਕਰੋ, ਜਿਵੇਂ ਵੀ ਕਰੋ, ਉਹ ਆਪਸ਼ਨਸ ਉਹਨਾਂ ਕੋਲ ਡੈਫੀਨਿਟਲੀ ਅਵੇਲੇਬਲ ਹੋਣਗੇ। ਤੇ ਗਾਇਸ ਤੀਜਾ ਮੈਂ ਤੁਹਾਡੇ ਨਾਲ ਹੁਣ ਗੱਲ ਕਰਨਾ ਚਾਹੁੰਦੀ ਹਾਂ ਮਤਲਬ ਐਕਸਚੇਂਜਸ ਦੇ ਟੌਪਿਕ ਦੇ ਵਿੱਚ ਕਿ P2P ਐਕਸਚੇਂਜਸ ਨੇ ਜਿਹੜੇ ਉਹ ਇੰਡੀਆ ਦੇ ਵਿੱਚ ਕਿਹੜੇ ਨੇ। P2P ਐਕਸਚੇਂਜਸ ਹੋਇਆ ਕਿ ਜਿੱਥੇ ਜੇ ਤੁਹਾਨੂੰ ਕਨਸੈਪਟ ਮੈਂ ਇਹਦੇ ਵਿੱਚ ਜ਼ਿਆਦਾ ਜਾਣਾ ਨਹੀਂ ਚਾਹੁੰਦੀ, ਪਰ ਜੇ ਤੁਹਾਨੂੰ ਕਨਸੈਪਟ ਪਤਾ ਹੈ ਐਸਕਰੋ ਮਤਲਬ ਜੇ ਦੋ ਲੋਕੀ ਡੀਲ ਕਰ ਰਹੇ ਨੇ ਤੇ ਉਹ ਇੱਕ ਦੂਜੇ ਨੂੰ ਜਾਣਦੇ ਨਹੀਂ ਹੈ। ਮੰਨ ਲਓ ਕਿ ਇੱਕ ਬੰਦਾ ਇੱਥੇ ਕਹਿੰਦਾ ਕਿ ਮੈਂ ਬਿਟਕੋਇਨ ਖਰੀਦਣਾ ਹੈ ਤੇ ਇਹ ਬੰਦਾ ਕਹਿੰਦਾ ਮੈਂ ਵੇਚ ਰਿਹਾ ਵਾਂ, ਤੇ ਦੋਨਾਂ ਨੂੰ ਪ੍ਰਾਈਸ ਠੀਕ ਲੱਗਿਆ, ਜਿਹੜਾ ਇਹ ਵੇਚ ਰਿਹਾ ਤੇ ਖਰੀਦ ਰਿਹਾ, ਤੇ ਪਰ ਉਹ ਦੂਜੇ ਇੱਕ ਦੂਜੇ ਨੂੰ ਜਾਣਦੇ ਨਹੀਂ ਹੈ ਤੇ ਉਹ ਟਰਸਟ ਨਹੀਂ ਹੈਗਾ। ਤੇ ਫਿਰ ਇਹ P2P ਐਕਸਚੇਂਜ ਕੀ ਕਰੇਗੀ ਕਿ ਇਹ ਐਸਕਰੋ ਕਰੇਗੀ, ਮਤਲਬ ਇਹਨਾਂ ਨੇ ਇਹ ਤੋਂ ਪੈਸਾ ਲੈ ਲਿਆ ਬੰਦੇ ਤੋਂ ਤੇ ਇਹਦੇ ਬਿਟਕੋਇਨਸ ਲੈ ਲਏ, ਤੇ ਜਿਵੇਂ ਇੱਥੇ ਪੈਸੇ ਰਿਸੀਵ, ਜਦ ਤੱਕ ਇਹ ਬੰਦਾ ਪੈਸੇ ਨਹੀਂ ਭੇਜਦਾ ਉਹ ਬਿਟਕੋਇਨਸ ਨੂੰ ਫੜ ਕੇ ਰੱਖਣਗੇ, ਠੀਕ ਹੈ। ਤੇ ਜਦੋਂ ਉਹਨੇ ਪੈਸੇ ਭੇਜਦੇ ਉਹ ਬਿਟਕੋਇਨ ਰਿਲੀਜ਼ ਕਰ ਦੇਣਗੇ ਤੇ ਉਹ ਇਸ ਬੰਦੇ ਨੂੰ ਉਹਨਾਂ ਦੇ ਪੈਸੇ ਦੇ ਦੇਣਗੇ ਤੇ ਇਹਨਾਂ ਨੂੰ ਜਿਨ੍ਹਾਂ ਨੇ ਬਿਟਕੋਇਨ ਖਰੀਦੇ ਉਹਨਾਂ ਨੂੰ ਬਿਟਕੋਇਨ ਮਿਲ ਜਾਣਗੇ, ਤੇ ਉਹਨੂੰ ਐਸਕਰੋ ਕਹੀਦਾ ਹੈ। ਤੇ ਇਹ P2P ਐਕਸਚੇਂਜਸ ਐਸਕਰੋ ਕਰਦੇ ਨੇ। ਬਟ ਤੁਸੀਂ ਜੇ ਤੁਸੀਂ ਕਿਸੇ ਨੂੰ ਆਨਲਾਈਨ ਮਿਲਿਓ ਤੇ ਉਹਨਾਂ ਨਾਲ ਤੁਸੀਂ ਟ੍ਰੇਡ ਕਰਨਾ ਚਾਹੁੰਦੇ ਹੋ ਬਿਟਕੋਇਨ ਦੀ, ਤੇ ਤੁਸੀਂ P2P ਐਕਸਚੇਂਜ ਤੇ ਮਿਲਿਓ ਤੇ ਤੁਸੀਂ ਉਹਨਾਂ ਨੂੰ ਰੀਅਲ ਲਾਈਫ ਦੇ ਵਿੱਚ ਵੀ ਮਿਲ ਸਕਦੇ ਹੋ। ਇਹ ਵੀ ਇੱਕ ਬਹੁਤ ਲਾਈਕ ਕਾਮਨ ਪਪੂਲਰ ਹੈਗਾ ਕਿ ਤੁਸੀਂ ਫਿਰ ਜਿਵੇਂ ਲੋਕਲ ਕੋਈ ਸ਼ਾਪ ਤੇ ਮਿਲ ਲਿਆ ਤੁਸੀਂ, ਜਾਂ ਕਿਤੇ ਲੋਕਲ ਸ਼ਾਪ ਲਾਇਬ੍ਰੇਰੀ ਤੇ ਮਿਲ ਲਿਆ, ਤੇ ਉੱਥੇ ਜਾ ਕੇ ਤੁਸੀਂ ਪਬਲਿਕ ਸਪੇਸ ਤੇ ਜਾ ਕੇ, ਤਾਂ ਕਿ ਥੋੜੀ ਤੁਹਾਡੀ ਸੇਫਟੀ ਵੀ ਹੈਗੀ ਹੈ ਬਿਕੋਜ਼ ਤੁਸੀਂ ਸਟ੍ਰੇਂਜਰਸ ਨੂੰ ਆਨਲਾਈਨ ਮੀਟ ਕਰ ਰਹੇ ਹੋ, ਆਬਵੀਅਸਲੀ ਸੇਫਟੀ ਚਾਹੀਦੀ ਹੈ, ਤੇ ਤੁਸੀਂ ਇੱਦਾਂ ਵੀ ਬਿਟਕੋਇਨ ਖਰੀਦ ਸਕਦੇ ਹੋ। ਤੇ ਜਿਹੜੇ ਟੌਪ 3 ਪਪੂਲਰ P2P ਐਕਸਚੇਂਜਸ ਨੇ ਇੰਡੀਆ ਵਿੱਚ, Paxful, ਲੋਕਲ ਬਿਟਕੋਇਨਸ ਤੇ ਬਿਟਕੁਇਕ।
ਤੇ ਜੇ ਤੁਸੀਂ ਆਨਲਾਈਨ ਕਰਨਾ ਚਾਹੁੰਦੇ ਹੋ ਆਈ ਥਿੰਕ ਇਹ UPI ਟ੍ਰਾਂਸਫਰ ਜਾਂ IMPS ਟ੍ਰਾਂਸਫਰ ਜੋ ਇੰਡੀਆ ਵਿੱਚ ਚੱਲਦਾ ਉਹ ਵੀ ਇਹ ਲਾਗੂ ਕਰਦੇ ਨੇ। ਪਰ ਗਾਇਸ ਜੇ ਮੈਂ ਇੰਡੀਆ ਵਿੱਚ ਹਾਂ, ਜੇ ਮੰਨ ਲਓ ਮੈਂ ਇੰਡੀਆ ਵਿੱਚ ਹਾਂ ਤੇ ਮੈਂ ਬਿਟਕੋਇਨ ਖਰੀਦਣਾ ਚਾਹੁੰਦੀ ਹਾਂ, ਮੈਂ ਮੋਸਟ ਲਾਈਕਲੀ ਮੈਂ ਕੋਈ ਪਪੂਲਰ ਇੰਡੀਅਨ ਐਕਸਚੇਂਜ ਹੀ ਯੂਜ਼ ਕਰਾਂਗੀ ਬਿਕੋਜ਼ ਉਹ ਮੇਰੇ ਲਈ ਸਭ ਤੋਂ ਈਜ਼ੀ ਹੋਏਗਾ। ਪਰ ਇਹ ਮੇਰਾ ਸਿਰਫ ਹੋਏਗਾ, ਤੁਸੀਂ ਸ਼ਾਇਦ ਡਿਫਰੈਂਟ ਰਾਊਟ ਲੈਣਾ ਚਾਹੋ। ਸੋ ਉਹਦੇ ਸਾਰੇ ਮੈਂ ਲਿੰਕਸ ਥੱਲੇ ਪਾਵਾਂਗੀ ਕਿ ਤੁਹਾਡੇ P2P ਐਕਸਚੇਂਜਸ ਕਿਹੜੇ ਨੇ ਤੇ ਇੰਡੀਆ ਦੇ ਐਕਸਚੇਂਜਸ ਕਿਹੜੇ ਨੇ ਤੇ ਜਿਹੜੇ ਮੈਂ ਤੁਹਾਨੂੰ ਦੱਸਿਆ ਸੀ ਗਲੋਬਲ ਐਕਸਚੇਂਜਸ ਨੇ ਜਿਨ੍ਹਾਂ ਦੀ ਓਬਵੀਅਸਲੀ ਸਭ ਤੋਂ ਜ਼ਿਆਦਾ ਰੈਪੂਟੇਸ਼ਨ ਹੈ ਕਿਉਂਕਿ ਉਹ ਪੂਰੀ ਦੁਨੀਆ ਵਿੱਚ ਸਭ ਤੋਂ ਬੈਸਟ ਹੈ, ਉਹਨਾਂ ਦੇ ਵੀ ਮੈਂ ਲਿੰਕਸ ਤੇ ਵੈਬਸਾਈਟ ਐਡਰੈਸਿਸ ਜ਼ਰੂਰ ਪਾਵਾਂਗੀ। ਹੁਣ ਗਾਇਜ਼ ਮੈਂ ਦੂਜਾ ਤਰੀਕਾ ਜਿਹੜਾ ਤੁਹਾਡੇ ਨਾਲ ਡਿਸਕਸ ਕਰਨਾ ਚਾਹੁੰਦੀ ਹਾਂ, ਜਿਹੜਾ ਬਹੁਤ ਪਪੂਲਰ ਤਰੀਕਾ ਹੈ ਬਿਟਕੋਇਨ ਖਰੀਦਣ ਦਾ, ਉਹ ਹੈਗਾ ਬਿਟਕੋਇਨ ATMs। ਠੀਕ ਹੈ, ਹੁਣ ਇਹ ਇੰਡੀਆ ਵਿੱਚ ਇੰਨਾ ਪਪੂਲਰ ਨਹੀਂ ਹੈਗਾ ਕਿਉਂਕਿ ਇੰਡੀਆ ਵਿੱਚ ਬਿਟਕੋਇਨ ATMs ਨਹੀਂ ਹੈਗੇ, ਪਰ ਦੁਨੀਆ ਵਿੱਚ ਬਹੁਤ ਫਟਾਫਟ ਬਹੁਤ ਸਾਰੇ ATMs ਆ ਰਹੇ ਨੇ ਤੇ ਮੈਨੂੰ ਲੱਗਦਾ ਹੈ ਕਿ ਜਦੋਂ ਇੰਡੀਆ ਵਿੱਚ ਜੇ ਉਹ ਕ੍ਰਿਪਟੋ ਨੂੰ ਲੀਗਲ ਕਰਦੇ ਨੇ ਤੇ ਇਹ ਇੱਕ ਬਹੁਤ ਵੱਡੀ ਓਪਰਚੁਨਿਟੀ ਤੇ ਇੰਡਸਟਰੀ ਬਣ ਜਾਏਗੀ ਕਿ ਤੁਸੀਂ ਹੁਣ ਕ੍ਰਿਪਟੋ ਦੇ ATM ਲੈ ਕੇ ਆਓ ਤਾਂ ਉਹਦੀ ਵੀ ਬਹੁਤ ਕੰਪਨੀਆਂ ਖੁੱਲਣਗੀਆਂ। ਜਿਵੇਂ ਮੈਂ ਕਿਹਾ ਕਿ ਇੰਡੀਆ ਦੇ ਵਿੱਚ ਨਹੀਂ ਹੈਗਾ, ਇੱਕ ATM ਖੁੱਲਿਆ ਸੀ ਇੰਡੀਆ ਦੇ ਵਿੱਚ ਆਈ ਥਿੰਕ 2 ਸਾਲ ਪਹਿਲਾਂ ਬੈਂਗਲੁਰੂ ਦੇ ਵਿੱਚ, ਜਿਹੜਾ ਮੈਂ ਤੁਹਾਨੂੰ ਦੱਸਿਆ ਯੂਨੀਕੋਇਨ ਐਕਸਚੇਂਜ ਹੈਗਾ, ਉਹਨਾਂ ਦੇ ਹੀ ਕੰਪਨੀ ਵੱਲੋਂ ਉਹਨਾਂ ਨੇ ਇੱਕ ਬਿਟਕੋਇਨ ਦਾ ATM ਬੈਂਗਲੁਰੂ ਵਿੱਚ ਖੋਲ੍ਹਿਆ ਸੀ ਤੇ ਫਿਰ ਇੱਕ ਹਫ਼ਤੇ ਵਿੱਚ ਹੀ ਉਹਨਾਂ ਦੇ one of the co-founders got arrested because ਜਿਹੜਾ ਉਹਨਾਂ ਨੇ ਪਰਮਿਸ਼ਨ ਨਹੀਂ ਲਈ ਬਿਟਕੋਇਨ ਨੂੰ ATM ਨੂੰ ਉੱਥੇ ਸ਼ੁਰੂ ਕਰਨ ਤੋਂ ਪਹਿਲਾਂ, ਤੇ ਉਸ ਕਰਕੇ he was arrested ਤੇ as of now no bitcoin ATMs। ਪਰ ਮੈਂ ਲਿੰਕ ਪਾਵਾਂਗੀ and you can check ਕਿ ਦੁਨੀਆ ਵਿੱਚ ਕਿੱਥੇ bitcoin ATMs ਹੈਗੇ ਨੇ। ਤੇ ਗਾਇਸ ਜਿਹੜਾ ਤੀਜਾ ਤਰੀਕਾ ਹੈਗਾ ਉਹ ਹੈਗਾ ਫੇਸ ਟੂ ਫੇਸ। ਤੇ ਜਿਹੜਾ ਇਹ ਤਰੀਕਾ ਹੈਗਾ ਫੇਸ ਟੂ ਫੇਸ ਵਾਲਾ, ਇਹ ਜੇ ਮੰਨ ਲਓ ਤੁਹਾਡੀ ਜਾਣ ਪਛਾਣ ਦੇ ਵਿੱਚ ਤੁਸੀਂ ਕਿਸੇ ਤੋਂ ਬਿਟਕੋਇਨ ਲੈ ਰਹੇ ਹੋ ਜਾਂ ਤੁਸੀਂ ਆਪਣੇ ਫਰੈਂਡ ਦੇ ਨਾਲ ਟ੍ਰੇਡ ਕਰ ਰਹੇ ਹੋ ਜਾਂ ਤੁਹਾਡੀ ਜਾਣ ਪਛਾਣ ਦੇ ਵਿੱਚ ਕੋਈ ਤੁਸੀਂ ਕਿਸੇ ਨੂੰ ਜਾਣਦੇ ਹੋ ਜੋ ਬਿਟਕੋਇਨ ਆਪਣੇ ਵੇਚਣਾ ਚਾਹੁੰਦੇ ਹਨ, ਤੇ ਤੁਸੀਂ ਉਹਨਾਂ ਨੂੰ ਜਾ ਕੇ ਇਨ ਪਰਸਨ ਮਿਲ ਕੇ ਉਹਨਾਂ ਤੋਂ ਫਿਰ ਤੁਸੀਂ ਟ੍ਰਾਂਸਫਰ ਕਰ ਸਕਦੇ ਹੋ। ਤੁਸੀਂ ਉਹਨਾਂ ਨੂੰ ਜਿਵੇਂ ਵੀ ਪੈਸੇ ਦੇਣੇ ਕੈਸ਼ ਵਗੈਰਾ ਤੇ ਉਹ ਤੁਹਾਨੂੰ ਵਾਲਟ ਐਡਰੈਸ ਤੇ ਤੁਹਾਡੇ ਬਿਟਕੋਇਨ ਭੇਜ ਸਕਦੇ ਨੇ। ਸੋ ਦਿਸ ਇਜ਼ ਅ ਰੀਲੀ ਪਪੂਲਰ ਮੈਥਡ ਕਿ ਤੁਸੀਂ ਫੇਸ ਟੂ ਫੇਸ ਜਾ ਕੇ ਮਿਲੋ। ਬੜੇ ਸਾਰੇ ਦੇਸ਼ਾਂ ਦੇ ਵਿੱਚ ਜਦੋਂ ਬਿਟਕੋਇਨ ਨਵਾਂ ਕਨਸੈਪਟ ਆਇਆ ਸੀ ਤੇ ਉਹਨਾਂ ਦੇ ਦੇਸ਼ ਨੇ ਬੈਨ ਨਹੀਂ ਕੀਤਾ, ਉਹ ਇਵੈਂਟਸ ਚਲਾਉਂਦੇ ਸੀ ਬਿਟਕੋਇਨ ਦੀ ਇਵੈਂਟਸ, ਜਿਹਦੇ ਵਿੱਚ ਲੋਕੀ ਆਉਂਦੇ ਸੀ, ਉਹਨਾਂ ਨੂੰ ਹੋਰ ਬਿਟਕੋਇਨ ਦੀ ਜਾਣਕਾਰੀ ਤੇ ਨਾਲੇ ਜਿਹੜੇ ਸੈਲਰਸ ਤੇ ਬਾਇਰਸ ਸੀਗੇ ਉਹ ਵੀ ਆ ਕੇ ਇੱਕ ਦੂਜੇ ਨੂੰ ਮਿਲਦੇ ਸੀ, ਪ੍ਰਾਈਸ ਵਗੈਰਾ ਡਿਸਕਸ ਕਰਦੇ ਸੀ। ਤੇ ਜੇ ਤੁਸੀਂ ਮੰਨ ਲਓ ਤੁਹਾਡੀ ਪਹਿਲਾਂ ਤੋਂ ਹੀ ਗੱਲ ਚੱਲ ਰਹੀ ਹੈ ਕਿਸੇ ਬਾਇਰ ਜਾਂ ਸੈਲਰ ਦੇ ਨਾਲ, ਤਾਂ ਤੁਸੀਂ ਉਹਨਾਂ ਨੂੰ ਕਹਿ ਸਕਦੇ ਹੋ ਕਿ ਇਹ ਇਵੈਂਟ ਤੇ ਮੈਂ ਬਿਟਕੋਇਨ ਦੇ ਇਵੈਂਟ ਤੇ ਜਾ ਰਿਹਾ ਹਾਂ, ਉੱਥੇ ਆਓ, ਉੱਥੇ ਅਸੀਂ ਟ੍ਰਾਂਜੈਕਸ਼ਨ ਕਰਾਂਗੇ। ਤੇ ਇਹਦੇ ਨਾਲ ਸੇਫ ਵੀ ਥੋੜਾ ਤਰੀਕਾ ਹੋ ਜਾਂਦਾ ਮਿਲਣ ਦਾ ਤੇ ਤੁਸੀਂ ਵੈਸੇ ਹੀ ਜਾ ਕੇ ਹੋਰ ਲੋਕਾਂ ਨੂੰ ਮਿਲ ਸਕਦੇ ਹੋ ਜੋ ਬਿਟਕੋਇਨ ਦੇ ਵਿੱਚ ਤੁਹਾਡੇ ਸ਼ਹਿਰ ਦੇ ਵਿੱਚ ਹੈਗੇ ਨੇ। ਸੋ ਦਿਸ ਇਜ਼ ਅਨਦਰ ਰੀਲੀ ਪਪੂਲਰ ਵੇ ਕਿ ਤੁਸੀਂ ਫੇਸ ਟੂ ਫੇਸ ਮਿਲੋ। ਸੋ ਆਲ ਅਪ ਐਕਸਚੇਂਜਸ ਜਿਹੜਾ ਸਭ ਤੋਂ ਪਪੂਲਰ ਤਰੀਕਾ ਹੋਇਆ, ਉਹਦੇ ਵਿੱਚ ਤੁਸੀਂ ਕ੍ਰੈਡਿਟ ਕਾਰਡ ਤੋਂ ਵੀ ਖਰੀਦ ਸਕਦੇ ਹੋ, ਆਪਣੇ ਬੈਂਕ ਟ੍ਰਾਂਸਫਰ ਆਨਲਾਈਨ, ਤੇ ਦੂਜਾ ਹੋਇਆ ਕਿ ਤੁਸੀਂ ਬਿਟਕੋਇਨ ATM ਤੋਂ ਲਓ, ਜਾਂ ਤੀਜਾ ਕਿ ਤੁਸੀਂ ਫੇਸ ਟੂ ਫੇਸ ਜਾ ਕੇ ਮਿਲੋ ਤੇ ਉਹ ਟ੍ਰਾਂਜੈਕਸ਼ਨ ਕਰੋ। ਤੇ ਗਾਇਸ ਹੁਣ ਤੇ ਇਹ ਗੱਲ ਮੈਂ ਸਾਰੀ ਜਿਹੜੀ ਕਵਰ ਕੀਤੀ ਹੈ ਇਹ ਹੈ ਕਿ ਤੁਸੀਂ ਬਿਟਕੋਇਨ ਕਿਵੇਂ ਖਰੀਦਣਾ ਹੈ। ਠੀਕ ਹੈ, ਹੁਣ ਮੈਂ ਤੁਹਾਡੇ ਨਾਲ ਗੱਲ ਕਰਨਾ ਚਾਹੁੰਦੀ ਹਾਂ ਕਿ ਜਦੋਂ ਤੁਸੀਂ ਬਿਟਕੋਇਨ ਖਰੀਦ ਲਿਆ ਹੈ ਉਹਨੂੰ ਕਿਵੇਂ ਮੈਨੇਜ ਕਰੀਦਾ ਹੈ। ਓਕੇ ਗਾਇਸ, ਹੁਣ ਜਦੋਂ ਤੁਸੀਂ ਬਿਟਕੋਇਨ ਖਰੀਦ ਲਿਆ ਹੈ, ਜਿਵੇਂ ਤੁਸੀਂ ਆਪਣਾ ਪੈਸਾ ਤੁਹਾਡੇ ਕੋਲ ਹੁੰਦਾ ਹੈ ਉਹ ਤੁਸੀਂ ਕਿੱਥੇ ਰੱਖਦੇ ਹੋ? ਤੁਸੀਂ ਬੈਂਕਸ ਦੇ ਵਿੱਚ ਰੱਖਦੇ ਹੋ ਜਾਂ ਤੁਸੀਂ ਘਰ ਰੱਖੋਗੇ ਜਾਂ ਤੁਸੀਂ ਤਿਜੋਰੀ ਦੇ ਵਿੱਚ ਰੱਖੋਗੇ। ਠੀਕ ਹੈ, ਇੱਦਾਂ ਹੀ ਤੁਸੀਂ ਬਿਟਕੋਇਨ ਨੂੰ ਵਾਲਟ, ਇੱਕ ਡਿਜੀਟਲ ਵਾਲਟ ਹੁੰਦਾ ਹੈ, ਡਿਜੀਟਲ ਬਟੂਆ ਵਾਲਟ, ਉਹਦੇ ਵਿੱਚ ਬਿਟਕੋਇਨ ਨੂੰ ਰੱਖੀਦਾ ਹੈ। ਠੀਕ ਹੈ, ਤੇ ਦੋ ਪ੍ਰਕਾਰ ਦੇ ਵਾਲਟਸ ਹੁੰਦੇ ਨੇ, ਕੋਲਡ ਵਾਲਟ ਤੇ ਹੌਟ ਵਾਲਟ। ਸੋ ਗਾਇਸ ਪਹਿਲਾਂ ਗੱਲ ਕਰਦੇ ਹਾਂ ਕਿ ਕੋਲਡ ਵਾਲਟ ਕੀ ਹੈ। ਠੀਕ ਹੈ, ਕੋਲਡ ਵਾਲਟ ਤੇ ਹੌਟ ਵਾਲਟ ਦੇ ਵਿੱਚ ਇਹ ਡਿਫਰੈਂਸ ਹੈ ਕਿ ਜਿਹੜਾ ਕੋਲਡ ਵਾਲਟ ਦੀ ਪ੍ਰਾਈਵੇਟ ਕੀਜ਼ ਨੇ ਉਹ ਫੁੱਲੀ ਤੁਹਾਡੇ ਤੋਂ ਮੈਨੇਜ ਹੁੰਦੀਆਂ ਨੇ, ਤੁਸੀਂ ਉਹ ਰਿਸਪੌਂਸਿਬਲ ਪੂਰੇ, ਤੇ ਜਿਹੜੇ ਹੌਟ ਵਾਲਟ ਹੈ ਉਹਦੀ ਜਿਹੜੀ ਪ੍ਰਾਈਵੇਟ ਕੀਜ਼ ਨੇ ਉਹ ਐਕਸਚੇਂਜ ਮੈਨੇਜ ਕਰਦਾ ਹੈ। ਠੀਕ ਹੈ, ਉਹਦਾ ਮਤਲਬ ਹੈ ਕਿ ਜਿਹੜੀ ਤੁਹਾਡੀ ਰਿਸਪੌਂਸਿਬਿਲਿਟੀ ਹੈ ਕਿ ਤੁਹਾਡੇ ਬਿਟਕੋਇਨ ਗਵਾਚਣ ਨਾ, ਸਟੀਲ ਨਾ ਹੋਣ, ਕੋਈ ਚੋਰੀ ਨਾ ਕਰੇ, ਸਕੈਮ ਨਾ ਕਰੇ, ਉਹ ਤੁਸੀਂ ਵੰਡ ਰਹੇ ਹੋ ਰਿਸਪੌਂਸਿਬਿਲਿਟੀ। ਤੁਹਾਡਾ ਐਕਸਚੇਂਜ ਵੀ ਮੇਕ ਸ਼ੋਰ ਕਰਦਾ ਕਿ ਤੁਹਾਡੇ ਬਿਟਕੋਇਨ ਸਿਕਿਉਰ ਰਹਿਣ ਤੇ ਤੁਹਾਡੇ ਵੀ ਆਪਣਾ ਅਕਾਊਂਟ ਤੇ ਪਾਸਵਰਡ ਹੁੰਦਾ ਹੈ, ਪਰ ਤੁਹਾਡੀ ਵੀ ਰਿਸਪੌਂਸਿਬਿਲਿਟੀ ਹੁੰਦੀ ਹੈ ਕਿ ਤੁਸੀਂ ਜਾ ਕੇ ਲੋਕਾਂ ਨੂੰ ਨਾ ਦੱਸੋ ਤੁਹਾਡੇ ਕੋਲ ਕਿੰਨਾ ਬਿਟਕੋਇਨ ਹੈ ਜਾਂ ਕੀ ਤੁਹਾਡੇ ਪਾਸਵਰਡ ਤੇ ਯੂਜ਼ਰ ਨੇਮ ਨੇ। ਤੇ ਇਹ ਹੋ ਗਿਆ ਪ੍ਰਾਈਵੇਟ ਕੀਜ਼ ਕਿ ਕੋਲਡ ਵਾਲਟ ਦੇ ਵਿੱਚ ਉਹ ਪ੍ਰਾਈਵੇਟ ਕੀਜ਼ ਫੁੱਲੀ ਮੈਨੇਜਡ ਬਾਈ ਯੂ ਤੇ ਹੌਟ ਵਾਲਟ ਦੇ ਵਿੱਚ ਮੈਨੇਜਡ ਬਾਈ ਦੀ ਐਕਸਚੇਂਜ।
ਤੇ ਹੁਣ ਕੋਲਡ ਵਾਲਟਸ ਜਿਹੜੇ ਨੇ ਬੜੇ ਪ੍ਰਕਾਰ ਦੇ ਹੁੰਦੇ ਨੇ। ਮੋਬਾਈਲ ਐਪਸ, USB ਵੀ ਤੁਸੀਂ ਸੁਣਿਆ ਹੋਏਗਾ ਕਿ ਕਿਸੇ ਦੇ ਕੰਪਿਊਟਰ ਦੇ ਉੱਤੇ ਬਿਟਕੋਇਨ ਸੀਗੇ ਜਾਂ USB ਉਹਦੇ ਉੱਤੇ ਸੀ, ਤੇ ਹਾਰਡਵੇਅਰ ਦੇ ਵੀ ਹੁੰਦੇ ਨੇ। ਪੇਪਰ ਵਾਲਟ ਵੀ ਹੁੰਦੇ ਨੇ, ਅਨਡਿਸਟਰਕਟੇਬਲ ਵਾਲਟ ਵੀ ਹੁੰਦੇ ਨੇ ਕਿ ਜਿਵੇਂ ਕੋਈ ਜਿਵੇਂ ਤੂਫਾਨ ਆਇਆ, ਕੋਈ ਬੰਬ ਡਿੱਗ ਗਿਆ, ਪਰ ਉਹ ਵਾਲਟ ਨਹੀਂ ਟੁੱਟਿਆ, ਤੇ ਉਹ ਅਨਡਿਸਟਰਕਟੇਬਲ ਵਾਲਟਸ ਵੀ ਹੁੰਦੇ ਨੇ ਜਿਹਦੇ ਵਿੱਚ ਤੁਸੀਂ ਆਪਣੇ ਬਿਟਕੋਇਨ ਰੱਖ ਸਕਦੇ ਹੋ। ਜਿਹੜਾ ਵਾਲਟ ਮੇਰੇ ਕੋਲ ਬਹੁਤ ਟਾਈਮ ਤੋਂ ਪਿਆ, ਪਰ ਮੈਂ ਹੁਣੇ ਮੈਨੂੰ ਟਰਾਈ ਨਹੀਂ ਕੀਤਾ, ਤੇ ਆਮ ਐਕਚੁਅਲੀ ਐਕਸਾਈਟਡ ਟੂ ਟਰਾਈ ਦਿਸ ਵਨ। ਇਹ ਹੈਗਾ ਕੋਲਡ ਵਾਲਟ, ਠੀਕ ਹੈ, ਕੋਲਡ ਵਾਲਟ, ਕਿਉਂਕਿ ਇਹ ਹਾਰਡਵੇਅਰ ਹੈਗਾ, ਤੇ ਇਹ ਇੱਕ ਐਕਚੁਅਲ ਬਿਟਕੋਇਨ ਦਾ ਕੋਇਨ ਹੈਗਾ ਜਿਹਦੇ ਵਿੱਚ ਮੈਂ ਆਪਣੇ ਬਿਟਕੋਇਨ ਪਾ ਸਕਦੀ ਹਾਂ ਤੇ ਸਟੋਰ ਕਰ ਸਕਦੀ ਹਾਂ। ਤੇ ਇਹਦਾ ਮਤਲਬ ਜੇ ਕੋਈ ਮੇਰੇ ਬਿਟਕੋਇਨ ਚੋਰੀ ਕਰਨਾ ਚਾਹੁੰਦਾ ਉਹਨਾਂ ਨੂੰ ਇਹ ਲੈਣਾ ਪਏਗਾ, ਕਿਉਂਕਿ ਆਨਲਾਈਨ ਜੇ ਮੈਂ ਆਪਣੇ ਸਾਰੇ ਬਿਟਕੋਇਨ ਆਨਲਾਈਨ ਤੋਂ ਇੱਥੇ ਪਾ ਦਾਂ, ਆਨਲਾਈਨ ਮੈਨੂੰ ਕੋਈ ਹੋਰ ਤਰੀਕਾ ਹੀ ਨਹੀਂ ਹੈ ਇਹਨੂੰ ਹੈਕ ਕਰਨ ਦਾ ਅਦਰ ਦੈਨ ਜੇ ਉਹ ਇਹਨੂੰ ਆ ਕੇ ਲੈਣ। ਤੇ ਕੁਝ ਲੋਕਾਂ ਨੂੰ ਫਿਰ ਉਹ ਹੁੰਦਾ ਹੈ ਕਿ ਉਹਨਾਂ ਨੂੰ ਇੰਟਰਨੈਟ ਤੇ ਟਰਸਟ ਨਹੀਂ ਕਿ ਇਹਨਾਂ ਕੋਈ ਚੋਰੀ ਕਰ ਸਕਦਾ ਹੈ, ਸਪੈਸ਼ਲੀ ਜੇ ਉਹਨਾਂ ਕੋਲ ਬਹੁਤ ਸਾਰਾ ਬਿਟਕੋਇਨ ਹੈ, ਤੇ ਉਹ ਕੋਲਡ ਵਾਲਟਸ ਵਗੈਰਾ ਯੂਜ਼ ਕਰਦੇ ਨੇ, ਠੀਕ ਹੈ। ਤੇ ਵਨ ਥਿੰਗ ਅਬਾਊਟ ਹੌਟ ਵਾਲਟ ਹੁੰਦਾ ਹੈ ਕਿ ਹੌਟ ਵਾਲਟ ਤੁਸੀਂ ਈਜ਼ਲੀ ਪੈਸਾ ਐਕਸੈਸ ਕਰ ਸਕਦੇ ਹੋ, ਕਿਉਂਕਿ ਐਕਸਚੇਂਜ ਜਿਹੜਾ ਤੁਹਾਡਾ ਉਹਦੇ ਨਾਲ ਤੁਸੀਂ ਕਨਵਰਟ ਕਰ ਲਓ ਆਪਣੇ ਲੋਕਲ ਕਰੰਸੀ ਦੇ ਵਿੱਚ, ਜੋ ਵੀ ਐਕਸਚੇਂਜ ਯੂਜ਼ ਕਰ ਰਹੇ ਹੋ। ਹੌਟ ਵਾਲਟਸ ਦਾ ਹੁੰਦਾ ਕਿ ਇਹਦੇ ਥੋੜੇ ਪ੍ਰੋਸੈਸ ਲੰਬਾ ਹੁੰਦਾ ਟੂ ਗੈਟ ਯੂ ਯੂਰ ਐਕਚੁਅਲ ਮਨੀ, ਬਟ ਇਹ ਮੇਨ ਡਿਫਰੈਂਸ ਹੈਗਾ। ਸੋ ਗਾਇਜ਼, ਇਸ ਵੀਡੀਓ ਦੇ ਵਿੱਚ ਮੈਂ ਤੁਹਾਡੇ ਨਾਲ ਗੱਲ ਕੀਤਾ ਕਿ ਤੁਸੀਂ ਬਿਟਕੋਇਨ ਦੇ 3 ਟੌਪ ਪਪੂਲਰ ਕਿਹੜੇ ਤਰੀਕੇ ਨੇ ਜਿਹਦੇ ਵਿੱਚ ਤੁਸੀਂ ਬਿਟਕੋਇਨ ਖਰੀਦ ਸਕਦੇ ਹੋ, ਜਿਹੜੇ ਕਿ ਹੈਗੇ ਨੇ ਐਕਸਚੇਂਜਸ, ਜਾਂ ਦੇ ਬਾਹਰਲੇ ਜਾਂ ਲੋਕਲ, ਜਾਂ P2P ਐਕਸਚੇਂਜਸ ਜਿਹਦੇ ਵਿੱਚ ਤੁਸੀਂ ਉਹਨਾਂ ਨੂੰ ਐਸਕਰੋ ਦੇ ਹਿਸਾਬ ਦੇ ਨਾਲ ਟ੍ਰੇਡ ਕਰ ਰਹੇ ਹੋ, ਤੇ ਜਾਂ ਤੁਸੀਂ ਰੀਅਲ ਇਨ ਪਰਸਨ ਉਹਨਾਂ ਨੂੰ ਫੇਸ ਟੂ ਫੇਸ ਮਿਲ ਸਕਦੇ ਹੋ। ਤੇ ਨਾਲ ਜਦੋਂ ਤੁਸੀਂ ਫਿਰ ਬਿਟਕੋਇਨ ਖਰੀਦ ਲਿਆ ਹੈ ਤੇ ਤੁਸੀਂ ਉਹਨਾਂ ਨੂੰ ਸੰਭਾਲੀਦਾ ਕਿਵੇਂ, ਤੇ ਉਹਦੇ ਵਿੱਚ ਵੀ 2 ਪ੍ਰਕਾਰ ਦੇ ਵਾਲਟਸ ਹੁੰਦੇ ਨੇ। ਕੋਲਡ ਵਾਲਟਸ ਜਿਹੜੇ ਹਾਰਡਵੇਅਰ ਟਾਈਪ ਹੋ ਗਏ, ਜਿਹਦੇ ਵਿੱਚ ਪੂਰੀ ਰਿਸਪੌਂਸਿਬਿਲਿਟੀ ਤੁਹਾਡੀ ਹੈ, ਤੇ ਹੌਟ ਵਾਲਟਸ ਹੋ ਗਏ ਜਿਹੜੇ ਐਕਸਚੇਂਜਸ ਦੇ ਵਾਲਟਸ ਤੁਸੀਂ ਯੂਜ਼ ਕਰਦੇ ਹੋ, ਜਿੱਥੇ ਬਿਟਕੋਇਨ ਲੈ ਤੇ ਨਾਲ ਹੀ ਫਿਰ ਉਹ ਐਕਸਚੇਂਜ ਦੇ ਵਿੱਚ ਉਹਨਾਂ ਦੇ ਵਾਲਟ ਵਿੱਚ ਤੁਸੀਂ ਆਪਣੇ ਬਿਟਕੋਇਨ ਰੱਖੋਗੇ, ਤੇ ਉਹਦੇ ਵਿੱਚ ਤੁਸੀਂ ਰਿਸਪੌਂਸਿਬਿਲਿਟੀ ਸ਼ੇਅਰ ਕਰ ਰਹੇ ਹੋ। ਤੇ ਮੋਸਟ ਆਫ ਦ ਲੋਕੀ ਜਿਹੜੇ ਬਿਟਕੋਇਨ ਦੇ ਵਿੱਚ ਹੁਣੇ ਐਂਟਰ ਹੋ, ਜਿਵੇਂ ਹੁਣੇ ਤੁਸੀਂ ਐਕਸਪੈਰੀਮੈਂਟ ਕਰਨਾ ਹੈ ਫॉर ਐਗਜ਼ਾਮਪਲ, ਤੇ ਤੁਸੀਂ ਐਂਟਰ ਕਰਨਾ ਚਾਹੁੰਦੇ ਹੋ, ਤੇ ਮੋਸਟ ਆਫ ਦ ਲੋਕੀ ਕਰਦੇ ਕਿ ਉਹ ਐਕਸਚੇਂਜਸ ਦੇ ਨਾਲ ਹੀ ਉੱਥੇ ਹੀ ਬਿਟਕੋਇਨ ਉੱਥੇ ਹੀ ਆਪਣਾ ਸਟੋਰ ਕਰਦੇ ਨੇ, ਤੇ ਹੌਲੀ ਹੌਲੀ ਜਿਵੇਂ ਸਮਝਣਾ ਸ਼ੁਰੂ ਕਰਦੇ ਨੇ, ਹੋਰ ਖਰੀਦਣਾ ਸ਼ੁਰੂ ਕਰਦੇ ਨੇ, ਡਿਫਰੈਂਟ ਤਰ੍ਹਾਂ ਦੇ ਕੋਇਨਸ ਖਰੀਦਣਾ ਸ਼ੁਰੂ ਕਰਦੇ ਨੇ, ਤੇ ਫਿਰ ਉਹ ਹੋਰ ਵਾਲਟਸ ਦੇ ਵਿੱਚ ਵੀ ਹੋਰ ਆਪਣੇ ਆਪ ਨੂੰ ਸਮਝਣਾ ਸ਼ੁਰੂ ਕਰਦੇ ਨੇ ਕਿ ਮੈਂ ਕਿੱਥੇ ਆਪਣਾ ਪੈਸਾ ਰੱਖਾਂ, ਆਪਣਾ ਵੈਲਥ ਮੈਂ ਕਿੱਥੇ ਰੱਖਾਂ। ਤੇ ਗਾਇਜ਼, ਹੋਪ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ, ਹੋਪ ਤੁਹਾਨੂੰ ਕੁਝ ਸਮਝਣ ਨੂੰ ਮਿਲਿਆ, ਕੁਝ ਸਿੱਖਣ ਨੂੰ ਮਿਲਿਆ। ਤੇ ਜੇ ਤੁਹਾਨੂੰ ਕਿਤੇ ਕੋਈ ਹੋਰ ਕੁਐਸਚਨਸ ਹੈਗੇ ਨੇ ਕਿ ਐਕਸਚੇਂਜਸ ਦੇ ਜਿਵੇਂ ਕਿਵੇਂ ਕੰਮ ਕਰਦੇ ਨੇ ਇੰਡੀਆ ਦੇ ਵਿੱਚ ਜਾਂ ਵਟਐਵਰ ਮਾਈਟ ਬੀ, ਤੇ ਪਲੀਜ਼ ਮੈਨੂੰ ਕਮੈਂਟਸ ਦੇ ਵਿੱਚ ਜ਼ਰੂਰ ਪੁੱਛੋ। ਤੇ ਮੈਂ ਨੈਕਸਟ ਫੀw ਵੀਡੀਓਜ਼ ਦੇ ਵਿੱਚ ਜ਼ਰੂਰ ਗੱਲ ਕਰਾਂਗੀ ਕਿ ਟੌਪ 3 ਜਿਹੜੇ ਐਕਸਚੇਂਜਸ ਨੇ ਇੰਡੀਆ ਦੇ ਵਿੱਚ, ਉਹਨਾਂ ਦੀ ਟ੍ਰਾਂਸਫਰ ਫੀਸ ਵਗੈਰਾ ਕਿਵੇਂ ਤੁਸੀਂ ਬਿਟਕੋਇਨ ਸਟੈਪ ਬਾਏ ਸਟੈਪ ਖਰੀਦ ਸਕਦੇ ਹੋ, ਤੇ ਟੌਪ ਵਾਲਟਸ ਵਗੈਰਾ ਕਿਹੜੇ ਨੇ ਜੇ ਤੁਸੀਂ ਕੋਲਡ ਸਟੋਰੇਜ ਕਰਨਾ ਚਾਹੁੰਦੇ ਹੋ ਜਾਂ ਕੋਲਡ ਵਾਲਟ ਦੇ ਵਿੱਚ ਆਪਣਾ ਵੈਲਥ ਰੱਖਣਾ ਚਾਹੁੰਦੇ ਹੋ। ਤੇ ਪਲੀਜ਼ ਲਾਈਕ, ਸ਼ੇਅਰ ਤੇ ਸਬਸਕ੍ਰਾਈਬ, ਤੇ ਉਦੋਂ ਤੱਕ ਸਟੇ ਕਨੈਕਟਡ, ਜੁੜੇ ਰਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।